ਜਿਹੜਾ ਹੁਣ ਸੋਸ਼ਲ ਮੀਡੀਆ ਦਾ ਟ੍ਰੈਂਡ ਚੱਲਦਾ ਪਿਆ, ਨਿੱਜੀ ਹਮਲੇ ਹੋ ਰਹੇ ਨੇ, ਇੱਕ ਦੂਸਰੇ ਤੇ ਸ਼ਬਦੀ ਵਾਰ ਹੋ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ, ਕਿੱਧਰ ਨੂੰ ਜਾ ਰਹੀ ਹੈ ਰਾਜਨੀਤੀ? मैं देखा कि मुद्दे ਜਿਹੜੇ ਨਿੱਜੀ ਤੌਰ ਤੇ ਹਮਲੇ ਜ਼ਿਆਦਾ ਵੱਧ ਰਹੇ ਨੇ ਔਰ ਸੋਸ਼ਲ ਮੀਡੀਆ ਦੇ ਉੱਪਰ ਹਰ ਕੋਈ ਜਿਹੜਾ ਹੈਗਾ ਆਪਣਾ ਕੋਈ ਨਾ ਕੋਈ ਘੋੜਾ ਪਜਾ ਕੇ ਰੱਖ ਰਿਹਾ, ਜਦ ਕਿ ਗਲਤ ਗੱਲ ਹੈ। ਸਾਡੇ ਪੰਜਾਬ 'ਚ ਅੱਜ ਵੀ 3 ਮਾਫੀਆ ਬਰਕਰਾਰ ਹੈ, ਚਾਹੇ ਸਰਕਾਰਾਂ ਕੋਈ ਵੀ ਆਈਆਂ ਨੇ। ਉਹ ਇੱਕ ਸ਼ਰਾਬ ਮਾਫੀਆ, ਨਸ਼ਾ ਮਾਫੀਆ और लीकर माफिया और बाकी लैंड माफिया ਨੂੰ ਖਤਮ ਨਹੀਂ ਕਰ ਸਕਿਆ ਕਿ ਇਹਨਾਂ ਤੋਂ ਇਲਾਵਾ ਜਿਹੜੀ ਸਭ ਤੋਂ ਵੱਡਾ ਇੰਪਲੋਇਮੈਂਟ ਦਾ ਮੁੱਦਾ ਹੈਗਾ ਜੀ, ਯੂਥ ਨੂੰ ਇੰਪਲੋਇਮੈਂਟ ਨਹੀਂ ਮਿਲ ਰਿਹਾ, ਬਾਹਰ ਜਾ ਰਹੇ ਨੇ। ਇੱਕ ਪੋਲੀਟੀਕਲ ਪਾਰਟੀਆਂ ਜਿਹੜੀ ਕਹਿ ਰਹੀਆਂ ਕਿ ਵੀ ਜਦੋਂ ਬਾਹਰ ਜਾਣ ਵਾਸਤੇ ਲੋਨ ਦੇਵਾਂਗੀਆਂ ਸੀ, ਮਤਲਬ ਕਿ ਤੁਸੀਂ ਇੰਪਲੋਇਮੈਂਟ ਨਹੀਂ ਦੇਣੀ ਇੱਥੇ ਆ ਕੇ ਔਰ ਤੁਸੀਂ ਬਾਹਰ ਭੇਜਣ ਤਿਆਰ ਹੋ। ਜਦੋਂ BPL ਦੀ ਕਹਿੰਦੇ ਪਹਿਲਾਂ 12 ਲੱਖ ਸੀ, 15 ਲੱਖ ਹੋ ਗਈ, 15 ਤੋਂ 18 ਲੱਖ ਹੋ ਗਈ, ਮਤਲਬ BPL ਦੀ ਸੰਖਿਆ ਤੋਂ ਵੱਧਦੀ ਆ ਕੇ ਤੁਹਾਡੀ ਗਰੀਬੀ ਰੇਖਾ ਵੱਧ ਰਹੀ ਹੈ ਤੇ ਤੁਸੀਂ ਉਹਦੀ ਖੁਸ਼ੀ ਥੋੜੀ ਮਨਾਉਣੀ ਚਾਹੀਦੀ ਕਿਸੇ ਗੱਲ ਦੀ ਵੀ ਉਹ ਵੱਧ ਗਈ ਹੈ ਜੀ। ਅਸੀਂ ਕਰਦੇ ਹਾਂ ਸਿੱਧੂ ਸਾਹਿਬ ਆਪਣਾ ਮਾਡਲ ਲੈ ਰਹੇ ਨੇ, ਪੰਜਾਬ ਮਾਡਲ ਹੈ ਔਰ ਲੋਕਾਂ ਦਾ ਮਾਡਲ ਕਿੱਥੇ ਗਿਆ ਕਿ ਜੀ ਪੰਜਾਬ ਦਾ ਸਮੀਕਰਨ ਬਦਲ ਗਿਆ। ਇਸ ਵਾਰੀ ਲੱਗਦਾ ਹੈ ਕਿਸੇ ਨੂੰ ਸ਼ਾਇਦ ਮੈਜੋਰਟੀ ਨਾ ਮਿਲੇ। ਲੋਕ ਕਿਉਂ ਨਹੀਂ ਸਮਝ ਪਾ ਰਹੇ, ਕਿਉਂ ਨਹੀਂ ਸਮਝਦੇ ਲੋਕ ਵੀ ਇਹ ਸਭ ਇੱਕ ਚੁਣਾਵੀ ਜੁਮਲੇ ਨੇ, ਚੁਣਾਵੀ ਵਾਅਦੇ ਨੇ, ਜਦ ਕਿ ਇਹਨਾਂ ਦੀ ਗਰਾਊਂਡ ਰਿਐਲਿਟੀ ਇਹ ਹੈ ਕਿ ਕਦੀ ਪੂਰੇ ਵੀ ਨਹੀਂ ਹੋ ਸਕਦੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਲੋਕ ਅਵੇਅਰ ਕਿਉਂ ਨਹੀਂ ਹੋ ਪਾ ਰਹੇ? ਇੱਕ ਤਾਂ ਪਹਿਲੀ ਗੱਲ ਤਾਂ ਮੈਨੀਫੈਸਟੋ ਇੱਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ, ਜਿਹੜਾ ਆਪਾਂ ਲੋਕਾਂ ਨਾਲ ਕਮਿਟਮੈਂਟ ਕਰਨੀ ਔਰ ਲੋਕਾਂ ਨਾਲ ਵਿਸ਼ਵਾਸਘਾਤ ਕਰਨਾ ਸਭ ਤੋਂ ਇੱਕ ਮਾੜਾ ਕੰਮ ਹੈ ਜੀ। ਤੁਸੀਂ ਮੰਨੋਗੇ ਇਹ ਕਾਂਗਰਸ ਉਹੀ ਪਾਰਟੀ ਸੀਗੀ, ਚਾਹੇ ਮੈਂ ਚਲੋ ਨਾਮ ਲਿਆ ਗਿਆ, ਅਦਰਵਾਈਜ਼ ਕੀ ਹੈ ਕਿ ਚਾਹ ਪੱਤੀ ਤੱਕ ਦੀ ਵੀ ਵਾਅਦਾ ਕੀਤਾ ਗਿਆ ਸੀ। ਇਹ ਨਹੀਂ ਕਹਿ ਰਹੇ ਕਿ ਇਸ ਨੂੰ ਪੈਰਾਂ ਦੇ ਪਾ ਖੜਾ ਹੋ ਕੇ ਕੁਝ ਲੋਕਾਂ ਨੂੰ ਰੁਜ਼ਗਾਰ ਦੇ ਦਈਏ, ਲੋਕਾਂ ਨੂੰ ਮੁਫਤ ਸੁਵਿਧਾਵਾਂ ਦੇ ਕੇ ਅਸੀਂ ਉਹਨਾਂ ਨੂੰ ਇੱਕ ਵਾਰੀ ਸੱਤਾ 'ਚ ਆਉਣਾ ਚਾਹੁੰਦੇ ਹਾਂ। ਲੇਕਿਨ ਸੱਤਾ 'ਚ ਕੋਈ ਤੇ ਰਾਜੇ ਉਹ ਲਿਮਟਿਡ ਪਰਿਵਾਰ ਹੀ ਉਹਨਾਂ 'ਤੇ ਕਾਬਜ ਰਹਿੰਦੇ ਨੇ। ਰਾਜਨੀਤਿਕ ਸਰਗਰਮੀਆਂ ਤੇਜ਼ ਨੇ, ਚੋਣਾਂ ਦਾ ਸਮਾਂ ਹੈ ਤੇ ਲਗਾਤਾਰ ਵੱਖ-ਵੱਖ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ। ਪ੍ਰਚਾਰ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਹੋ ਰਿਹਾ ਹੈ, ਨਿੱਜੀ ਹਮਲੇ ਹੋ ਰਹੇ ਨੇ ਤੇ ਪੂਰੇ ਅਗਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਸਮੀਕਰਨ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ। ਸਾਡੇ ਨਾਲ ਸੀਨੀਅਰ ਜਰਨਲਿਸਟ ਸੁਖਬੀਰ ਬਾਜਵਾ ਇਸ ਵੇਲੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਲੰਮਾ ਚੌੜਾ ਇਹਨਾਂ ਦਾ ਐਕਸਪੀਰੀਅੰਸ ਹੈ। ਕਈ ਜਿਹੜੇ ਇਲੈਕਸ਼ਨਸ ਨੇ ਇਹਨਾਂ ਨੇ ਬੜੇ ਨਜ਼ਦੀਕੀ ਦੇ ਨਾਲ ਦੇਖੇ ਨੇ। ਸਰ, ਪਹਿਲਾਂ ਤਾਂ ਜਿਹੜਾ ਹੁਣ ਸੋਸ਼ਲ ਮੀਡੀਆ ਦਾ ਟ੍ਰੈਂਡ ਚੱਲਦਾ ਪਿਆ, ਨਿੱਜੀ ਹਮਲੇ ਹੋ ਰਹੇ ਨੇ, ਇੱਕ ਦੂਸਰੇ ਤੇ ਸ਼ਬਦੀ ਵਾਰ ਹੋ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ, ਕਿੱਧਰ ਨੂੰ ਜਾ ਰਹੀ ਹੈ ਰਾਜਨੀਤੀ? ਦੇਖੋ ਪ੍ਰਹਲਾਦ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਵੀ ਰਾਜਨੀਤੀ ਦੇ ਵਿੱਚ ਹੈ ਕਿ ਵੀ ਮੁੱਦਿਆਂ ਦੇ ਉੱਪਰ ਲੜਨਾ ਚਾਹੀਦਾ ਹੈ। ਜਿਹੜੀ ਮੌਜੂਦਾ ਸਰਕਾਰ ਹੁੰਦੀ ਉਹ ਪ੍ਰਾਪਤੀਆਂ ਦੇ ਆਪਣੀ ਗੱਲਾਂ ਕਰਦੀ ਹੈ ਤੇ ਜਿਹੜੀ ਓਪੋਜੀਸ਼ਨ ਹੈ ਉਹ ਆਪਣੇ ਮੁੱਦਿਆਂ ਦੀ ਗੱਲ ਕਰਦਾ। ਲੇਕਿਨ ਮੈਂ ਦੇਖਿਆ ਕਿ ਮੁੱਦੇ ਜਿਹੜੇ ਨਿੱਜੀ ਤੌਰ ਤੇ ਹਮਲੇ ਜ਼ਿਆਦਾ ਵੱਧ ਰਹੇ ਨੇ ਔਰ ਸੋਸ਼ਲ ਮੀਡੀਆ ਦੇ ਉੱਪਰ ਹਰ ਕੋਈ ਜਿਹੜਾ ਹੈਗਾ ਆਪਣਾ ਕੋਈ ਨਾ ਕੋਈ ਘੋੜਾ ਪਜਾ ਕੇ ਰੱਖ ਰਿਹਾ, ਜਦ ਕਿ ਗਲਤ ਗੱਲ ਹੈ। ਬੇਸਿਕਲੀ ਗੱਲ ਕੀ ਹੈ ਕਿ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ, ਜਿਹੜੇ ਮੁੱਦਿਆਂ ਕਰਕੇ ਇਹ ਲੜਾਈ ਹੋ ਰਹੀ ਹੈ, ਚੱਲ ਰਹੀ ਹੈ, ਇਹ ਉਹਨਾਂ ਮੁੱਦਿਆਂ ਨੂੰ ਦਰਕਨਾਰ ਦੇਖਿਆ ਜਾਵੇ ਕੀਤਾ ਜਾ ਰਿਹਾ। ਹੁਣ ਦੇਖਿਆ ਜਾਵੇ ਤੇ ਹੁਣ ਅਸਲ ਮੁੱਦਾ ਕੀ, ਹੁਣ ਰੇਤ ਮਾਫੀਆ ਦੀ ਗੱਲ ਆਈ, ਚੀਫ ਮਿਨਿਸਟਰ ਚੰਨੀ ਦੇ ਭਾਂਜੇ ਦੀ ਗੱਲ ਆਈ, ਉੱਧਰੋਂ ਗੱਲ ਨਿਬੜੀ ਆ ਕੇ ਉੱਧਰੋਂ ਅਕਾਲੀ ਦਲ ਨੇ ਵੀ ਘੇਰਿਆ। ਸਾਰਾ ਠੀਕ ਹੈ, ਇਸ਼ੂ ਹੈ, ਉਹਦਾ ਜਵਾਬ ਦਿਓ ਕਿ ਮਾਫੀਆ ਇੱਕ ਬਹੁਤ ਹੋ ਕੇ ਸਾਡੇ ਪੰਜਾਬ 'ਚ ਅੱਜ ਵੀ 3 ਮਾਫੀਆ ਬਰਕਰਾਰ ਹੈ, ਚਾਹੇ ਸਰਕਾਰਾਂ ਕੋਈ ਵੀ ਆਈਆਂ ਨੇ। ਉਹ ਇੱਕ ਸ਼ਰਾਬ ਮਾਫੀਆ, ਨਸ਼ਾ ਮਾਫੀਆ और लीकर माफिया और बाकी लैंड माफिया ਨੂੰ ਖਤਮ ਨਹੀਂ ਕਰ ਸਕਿਆ ਕਿ ਲੇਕਿਨ ਇਹਨਾਂ ਮਾਫੀਆ ਨੂੰ ਅਗਰ ਕੋਈ ਮੁੱਦਾ ਵੀ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਇਹਨਾਂ ਤੋਂ ਇਲਾਵਾ ਜਿਹੜੀ ਸਭ ਤੋਂ ਵੱਡਾ ਇੰਪਲੋਇਮੈਂਟ ਦਾ ਮੁੱਦਾ ਹੈਗਾ ਜੀ, ਯੂਥ ਨੂੰ ਇੰਪਲੋਇਮੈਂਟ ਨਹੀਂ ਮਿਲ ਰਿਹਾ, ਬਾਹਰ ਜਾ ਰਹੇ ਨੇ। ਔਰ ਮੈਂ ਇੱਕ ਪੋਲੀਟੀਕਲ ਪਾਰਟੀਆਂ ਜਿਹੜੀ ਕਹਿ ਰਹੀਆਂ ਕਿ ਵੀ ਜਦੋਂ ਬਾਹਰ ਜਾਣ ਵਾਸਤੇ ਲੋਨ ਦੇਵਾਂਗੀਆਂ ਸੀ, ਮਤਲਬ ਕਿ ਤੁਸੀਂ ਇੰਪਲੋਇਮੈਂਟ ਨਹੀਂ ਦੇਣੀ ਇੱਥੇ ਆ ਕੇ ਔਰ ਤੁਸੀਂ ਬਾਹਰ ਭੇਜਣ ਤਿਆਰ ਹੋ। ਹੋਰ ਤੁਹਾਨੂੰ ਇੱਕ ਨਵੀਂ ਇੰਟਰਸਟਿੰਗ ਗੱਲ ਦੱਸਾਂ, ਜਦੋਂ BPL ਦੀ ਕਹਿੰਦੇ ਪਹਿਲਾਂ 12 ਲੱਖ ਸੀ, 15 ਲੱਖ ਹੋ ਗਈ, 15 ਤੋਂ 18 ਲੱਖ ਹੋ ਗਈ, ਮਤਲਬ BPL ਦੀ ਸੰਖਿਆ ਤੋਂ ਵੱਧਦੀ ਆ ਕੇ ਤੁਹਾਡੀ ਗਰੀਬੀ ਰੇਖਾ ਵੱਧ ਰਹੀ ਹੈ ਤੇ ਤੁਸੀਂ ਉਹਦੀ ਖੁਸ਼ੀ ਥੋੜੀ ਮਨਾਉਣੀ ਚਾਹੀਦੀ ਕਿਸੇ ਗੱਲ ਦੀ ਵੀ ਉਹ ਵੱਧ ਗਈ ਹੈ ਜੀ। ਅਸੀਂ ਕਰਦੇ ਹਾਂ, ਮਤਲਬ ਕਿ ਆਪਾਂ ਨੂੰ ਗਰੀਬੀ ਰੇਖਾ ਘਟਾਉਣੀ ਚਾਹੀਦੀ ਹੈ। ਹਾਲਾਤ ਇਹ ਬਣ ਗਏ ਆ ਕਿ ਜਿਹੜੇ ਹੁਣ ਤੱਕ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਹੁਣ ਤੱਕ ਜਿਹੜਾ ਉਹ ਸਾਰਿਆਂ ਨੂੰ ਇੱਕ ਜਿਹੜੀ ਹੈ
ਇੰਪਲੋਇਮੈਂਟ ਯੂਥ ਨੂੰ ਦੇਖਦੇ ਹੋਏ ਜਿਹੜੀ ਆ ਉਹ ਇਸ਼ੂ ਤੇ ਗੱਲ ਕਰਨੀ ਚਾਹੀਦੀ ਹੈ। ਬਹੁਤ ਇੱਕ ਇੰਪੋਰਟੈਂਟ ਇਸ਼ੂ ਹੈਗਾ ਹੈ। ਦੂਜੀ ਗੱਲ ਹੈ ਕਿ ਕੁੜ ਪ੍ਰਚਾਰ ਆਪਸ 'ਚ ਕਰਦੇ ਹੋ। ਹੁਣ ਤੁਸੀਂ ਹਾਲਾਤ ਲਓ ਵੀ ਉਮੀਦਵਾਰ ਮੈਦਾਨ 'ਚ ਉਤਰ ਗਏ, ਉਤਰਨ ਤੋਂ ਬਾਅਦ ਜਿਹੜੇ ਹਾਲਾਤ ਇਹਨਾਂ ਨੇ ਬਣਾਏ ਨੇ ਉਹ ਬਣਾਏ ਇਹ ਹੈ ਕਿ ਵੀ ਤੁਸੀਂ ਇਹ ਨਹੀਂ ਕਹਿ ਰਹੇ ਕਿ ਵੀ ਅਸੀਂ ਪੰਜਾਬ ਦੇ ਵਿੱਚ, ਅਗਰ ਮੈਂ ਕਹਿੰਦਾ ਕਾਂਗਰਸ ਪਾਰਟੀ ਮੈਂ ਲੈ ਲਵਾਂ, ਅਗਰ ਕਾਂਗਰਸ ਪਾਰਟੀ ਜੇ ਆਪਣੀਆਂ ਪ੍ਰਾਪਤੀਆਂ, ਕਿਉਂਕਿ ਉਹਦੇ 'ਚ ਇਕਜੁੱਟ ਨਹੀਂ ਹੈ। ਸਿੱਧੂ ਸਾਹਿਬ ਆਪਣਾ ਮਾਡਲ ਲੈ ਰਹੇ ਨੇ, ਪੰਜਾਬ ਮਾਡਲ ਹੈ, ਔਰ ਲੋਕਾਂ ਦਾ ਮਾਡਲ ਕਿੱਥੇ ਗਿਆ ਕਿ ਜੀ ਚਲੋ ਮਾਡਲ ਪੰਜਾਬ ਦੀ ਵੀ ਗੱਲ ਕਰਦੇ ਹੋਣਗੇ, ਲੇਕਿਨ ਆਪਣੀ ਪਾਰਟੀ ਏਕਾ ਨਹੀਂ ਹੈ ਜੀ। ਉਧਰੋਂ ਜਿਹੜੀ ਦੇਖੋ ਹੁਣ ਅਕਾਲੀ ਦਲ ਬੀਜੇਪੀ, ਆਪਣਾ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਜਿਹੜੇ ਹੁਣ ਟਿਕਟਾਂ ਵੰਡਦੀਆਂ ਲੱਗਾ, ਲੇਕਿਨ ਉਹ ਵੀ ਮੈਨੂੰ ਐਂ ਲੱਗਦਾ ਹੁੰਦਾ ਕਦੀ ਕਦੀ ਕਿ ਵੀ ਅਸੀਂ ਲੋਕਾਂ ਦੀ ਇਸ਼ੂ, ਪਬਲਿਕ ਇਸ਼ੂ ਦੀ ਗੱਲ ਕਰੀਏ, ਪਬਲਿਕ ਮੁੱਦਿਆਂ ਦੀ ਗੱਲ ਕਰ ਲਈਏ। ਤੀਜੀ ਮੈਂ ਤੁਸੀਂ ਇਕੱਲੀ ਪ੍ਰਹਲਾਦ ਜੀ ਨੋਟ ਕਰ ਲਓ ਆ ਕੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਸਟਿੰਗ ਉਦੋਂ ਜੇ ਨੋਮੀਨੇਸ਼ਨ ਫਾਈਲ ਹੋਣ ਤੋਂ ਬਾਅਦ ਇਹ ਪੰਜਾਬ ਦਾ ਸਮੀਕਰਨ ਬਦਲ ਗਿਆ। ਇਸ ਵਾਰੀ ਲੱਗਦਾ ਹੈ ਕਿਸੇ ਨੂੰ ਸ਼ਾਇਦ ਮੈਜੋਰਟੀ ਨਾ ਮਿਲੇ। ਹਾਲਾਤ ਜੋ ਬਣ ਗਏ ਨੇ ਉਹ ਖਿਚੜੀ ਮਤਲਬ ਕਿ ਇਸ ਤਰ੍ਹਾਂ ਦੀ ਬਣੇਗੀ ਆ ਕੇ ਵੀ ਕਹੋਗੇ ਕੁਛ ਇਹ ਲੱਗ ਰਿਹਾ ਕਿ ਕਿਸੇ ਨੂੰ ਮੈਜੋਰਟੀ ਪ੍ਰੋਪਰ ਨਹੀਂ ਮਿਲ ਪਾਏਗੀ, ਕਿਉਂਕਿ ਕਿਸੇ ਦੀ ਵੇਵ ਨਹੀਂ ਹੈ, ਕਿਸੇ ਪਾਰਟੀ ਦੀ ਵੇਵ ਨਹੀਂ ਹੈ। ਜਿਨ੍ਹਾਂ ਦੀ ਆਪਣੀ ਪਾਰਟੀ ਵੇਵ ਕਹਿ ਵੀ ਰਹੇ ਨੇ, ਉਹ ਅਸਲ ਹਕੀਕਤ ਇਹ ਹੈ ਕਿ ਵੀ ਫੀਲਡ ਜਾ ਕੇ ਦੇਖ ਲਓ, ਉਹ ਪਿੰਡਾਂ ਦੇ ਵਿੱਚ ਇਸ਼ੂ ਹੋਰ ਨੇ, ਸ਼ਹਿਰਾਂ ਦੇ ਹੋਰ ਨੇ, ਮਾਝੇ ਮਾਲਵੇ ਦੁਆਬੇ ਦੇ ਇਸ਼ੂ ਹੋਰ ਨੇ। ਹਰ 117 ਅਸੈਂਬਲੀਆਂ ਦਾ ਹਰ ਇੱਕ ਦੀ ਆਪੋ ਆਪਣੀ ਦਿੱਕਤ ਹੈ, ਹਰ ਇੱਕ ਦਾ ਆਪੋ। ਲੇਕਿਨ ਕਾਮਨ ਇਸ਼ੂ ਕੀ ਹੈ ਜੀ? ਉਹ ਹੈਗਾ ਨਸ਼ਾ ਤੇ ਅਨਇੰਪਲੋਇਮੈਂਟ। ਉਹ ਪ੍ਰੋਬਬਲੀ ਪ੍ਰੋਪਰ ਹੈਗਾ, ਲੇਕਿਨ ਹੈਰਾਨ ਹੋਵੋਗੇ ਆ ਕੇ ਜਿਹੜੀ ਆਪਾਂ ਹੁਣ ਜਿਹੜੀ ਇੱਥੇ ਮਾਛੀਵਾੜੇ ਕੋਲ ਚੱਲ ਜਾਓ, ਕੱਲ੍ਹ ਸਾਨੂੰ ਕੰਪਲੇਂਟ ਆਈ ਕਹਿੰਦੇ ਪਏ ਆ ਕੇ, ਅਤੇ ਹੁਣ ਉਹ ਇਹ ਆਈ ਕਿ ਵੀ ਉਹਦੇ 'ਚ ਵੀ ਸਰਕਾਰੀ ਜ਼ਮੀਨ ਦੇ ਉੱਪਰ ਹੋ ਰਹੀਆਂ, ਲੋਕੀ ਵੱਢ ਰਹੇ ਆ, ਕਰ ਰਹੇ ਆ। ਕਹਿਣ ਦਾ ਮਤਲਬ ਹੈ ਕਿ ਪੰਜਾਬ ਦੀ ਧਰਤੀ ਨੂੰ ਜਿਹੜਾ ਉਹ ਆਪਾਂ ਗੰਦਲਾ ਕਰਨ ਦੀ ਬਜਾਏ, ਪੰਜਾਬ ਦੀ ਆਪਾਂ ਇੱਕ ਦੂਜੇ ਦੇ ਉੱਪਰ ਰਾਜਨੀਤੀ ਕਰਕੇ ਸੱਤਾ ਜਾਣ ਵਾਸਤੇ ਅਸੀਂ ਝੂਠਾਂ ਦੇ ਪੈਰ ਨੂੰ ਚੜ੍ਹ ਕੇ ਸੱਤਾ ਜਾਈਏ, ਇਹਦੀ ਜਾਣ ਦੀ ਬਜਾਏ ਪੰਜਾਬ ਦੇ ਨੌਜਵਾਨਾਂ ਦੇ ਉੱਪਰ, ਜਿਨ੍ਹਾਂ 'ਤੇ ਪੰਜਾਬ ਖੜਾ ਹੈ, ਜਿਨ੍ਹਾਂ ਨੂੰ ਪੰਜਾਬ ਆਉਣ ਵਾਲਾ ਭਵਿੱਖ ਹੈ, ਭਵਿੱਖ ਨੂੰ ਬਚਾਉਣ ਤੇ ਬਹੁਤ ਜ਼ਰੂਰੀ ਹੈ। ਜਿਹੜੇ ਕਿ ਇਹ ਮੁੱਦਿਆਂ ਨੂੰ ਮੈਨੂੰ ਕਦੀ ਕਦੀ ਲੱਗਦਾ ਕਿ ਮੁੱਦੇ ਸ਼ਾਇਦ ਕਿਤਾਬਾਂ 'ਚ ਹੀ ਰਹਿ ਜਾਂਦੇ ਨੇ, ਅਸਲ ਮੁੱਦੇ ਉਹ ਨਹੀਂ ਚੱਲ ਪਾਉਂਦੇ। ਭਾਈ ਜੀ, ਜਿਸ ਹਿਸਾਬ ਦੇ ਨਾਲ ਅੱਜ ਦਾ ਹੀ ਨਹੀਂ, ਅੱਜ ਤੋਂ ਅਸੀਂ 20 ਸਾਲ ਪਹਿਲਾਂ ਦਾ ਵੀ ਮੈਨੀਫੈਸਟੋ ਕਿਸੇ ਪਾਰਟੀ ਦਾ ਚੱਕ ਲਈਏ ਤਾਂ ਗਰਾਊਂਡ ਰਿਐਲਿਟੀ ਕੁਝ ਹੋਰ ਹੁੰਦੀ ਹੈ। ਐਲਾਨ ਬਹੁਤ ਜ਼ਿਆਦਾ ਕੀਤੇ ਜਾਂਦੇ ਨੇ, ਬਹੁਤ ਵੱਡੇ ਕੀਤੇ ਜਾਂਦੇ ਨੇ, ਪਰ ਲੋਕ ਕਿਉਂ ਨਹੀਂ ਸਮਝ ਪਾ ਰਹੇ? ਕਿਉਂ ਨਹੀਂ ਸਮਝਦੇ ਲੋਕ ਵੀ ਇਹ ਸਭ ਇੱਕ ਚੁਣਾਵੀ ਜੁਮਲੇ ਨੇ, ਚੁਣਾਵੀ ਵਾਅਦੇ ਨੇ, ਜਦ ਕਿ ਇਹਨਾਂ ਦੀ ਗਰਾਊਂਡ ਰਿਐਲਿਟੀ ਇਹ ਹੈ ਕਿ ਕਦੀ ਪੂਰੇ ਵੀ ਨਹੀਂ ਹੋ ਸਕਦੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਲੋਕ ਅਵੇਅਰ ਕਿਉਂ ਨਹੀਂ ਹੋ ਪਾ ਰਹੇ? ਇੱਕ ਤਾਂ ਪਹਿਲੀ ਗੱਲ ਤਾਂ ਮੈਨੀਫੈਸਟੋ ਇੱਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ। ਜਿਹੜਾ ਆਪਾਂ ਲੋਕਾਂ ਨਾਲ ਕਮਿਟਮੈਂਟ ਕਰਨੀ ਔਰ ਲੋਕਾਂ ਨਾਲ ਵਿਸ਼ਵਾਸਘਾਤ ਕਰਨਾ ਸਭ ਤੋਂ ਇੱਕ ਮਾੜਾ ਕੰਮ ਹੈ ਜੀ। ਲੀਗਲ ਡਾਕੂਮੈਂਟ ਹੋਵੇ, ਕੋਈ ਪਾਰਟੀ ਜਵਾਬਦੇਹੀ ਨਹੀਂ ਹੈ। ਅਗਰ 15 ਵਾਅਦੇ ਤੁਸੀਂ, ਪਰ ਇਸ ਵਾਰ ਨੋਟ ਕਰਨਾ, ਇਸ ਵਾਰੀ ਮੈਨੀਫੈਸਟੋ ਸਭ ਦੇ ਲਿਮਟਿਡ ਹੋਣਗੇ, ਵੱਡੇ ਨਹੀਂ ਹੋਣਗੇ, ਕਿਉਂਕਿ ਸਭ ਨੂੰ ਪਤਾ ਲੱਗ ਗਿਆ ਕਿ ਮੈਨੀਫੈਸਟੋ ਜੋ ਵਾਅਦੇ ਕਰਦੇ ਆ ਨਹੀਂ ਨਿਭਾ ਪਾਵਾਂਗੇ, ਆ ਕੀ ਕਰ ਲਾਂਗੇ ਆ ਕੇ। ਤੁਸੀਂ ਮੰਨੋਗੇ ਇਹ ਕਾਂਗਰਸ ਉਹੀ ਪਾਰਟੀ ਸੀਗੀ, ਚਾਹੇ ਮੈਂ ਚਲੋ ਨਾਮ ਲਿਆ ਗਿਆ, ਅਦਰਵਾਈਜ਼ ਕੀ ਹੈ ਕਿ ਚਾਹ ਪੱਤੀ ਤੱਕ ਦੀ ਵੀ ਵਾਅਦਾ ਕੀਤਾ ਗਿਆ ਸੀ। ਹਾਂ, ਤੁਸੀਂ ਇਹ ਕੀ ਰਹਿ ਗਿਆ ਦੱਸੋ? ਆ ਸਕੀਮ ਦੇ ਨਾਲ ਚਾਹ ਪੱਤੀ ਵੀ ਦਿੱਤੀ ਜਾਊਗੀ। ਦੱਸੋ ਜੀ, ਕੀ ਆਪਾਂ ਲੋਕਾਂ ਨੂੰ ਕੀ ਦੇ ਰਹੇ ਹਾਂ ਦੱਸੋ ਆ ਕੇ ਜਾ ਕੇ ਜੀ। ਉਹ ਤੋਂ ਬਾਅਦ ਚਾਹੇ ਪੋਲੀਟੀਕਲ ਪਾਰਟੀਆਂ ਕੋਈ ਵੀ ਨਹੀਂ, ਅਸੀਂ ਉਹਨਾਂ ਨੂੰ ਜਿਹੜੀਆਂ ਫ੍ਰੀ ਜਿਹੜੀਆਂ ਸੇਵਾ ਕਰਦੇ ਹਾਂ, ਦਿੰਦੇ ਹਾਂ। ਤੁਸੀਂ ਇਹ ਨਹੀਂ ਕਹਿ ਰਹੇ ਕਿ ਇਸ ਨੂੰ ਪੈਰਾਂ 'ਤੇ ਆਪਾਂ ਖੜਾ ਹੋ ਕੇ ਕੁਝ ਲੋਕਾਂ ਨੂੰ ਰੁਜ਼ਗਾਰ ਦੇ ਦਈਏ, ਲੋਕਾਂ ਨੂੰ ਮੁਫਤ ਸੁਵਿਧਾਵਾਂ ਦੇ ਕੇ ਅਸੀਂ ਉਹਨਾਂ ਨੂੰ ਇੱਕ ਵਾਰੀ ਸੱਤਾ 'ਚ ਆਉਣਾ ਚਾਹੁੰਦੇ ਹਾਂ। ਲੇਕਿਨ ਸੱਤਾ 'ਚ ਕੋਈ ਧਿਰ ਆ ਜਾਵੇ, ਉਹ ਲਿਮਟਿਡ ਪਰਿਵਾਰ ਹੀ ਉਹਨਾਂ 'ਤੇ ਕਾਬੂ 'ਚ ਰਹਿੰਦੇ ਨੇ, ਉਹੀ ਉਹਦੇ ਪਰ ਕੰਮ ਕਰਦੇ ਨੇ। ਲੇਕਿਨ ਹਾਲਾਤ ਜਿਹੜੇ ਆ ਮੇਰੇ ਖਿਆਲ ਦੇ ਵਿੱਚ ਇਸ ਵਾਰ ਪਹਿਲੀ ਵਾਰ ਹੀ 6-7 ਪਾਰਟੀਆਂ ਆਈਆਂ ਨੇ ਜਿਹੜੀਆਂ ਸਿਰ ਕੱਢ ਕੇ ਲੜ ਰਹੀਆਂ ਨੇ। ਸਭ ਨੇ ਪੱਟਾਂ ਨੂੰ ਤੇਲ ਲਾਇਆ ਇਸ ਵਾਰ ਕਿ ਕਿਹੜਾ ਭਲਵਾਨ ਤਗੜਾ ਹੋਏਗਾ ਆ ਕੇ। ਅੱਜ ਕੋਈ ਜ਼ਮੀਰ ਕੋਈ ਦੇਖਿਆ ਨਹੀਂ ਕਿਸੇ ਦਾ ਕਿ ਜਿਹਨੂੰ ਮਰਜ਼ੀ ਨਾਲ ਅਲਾਇੰਸ ਪਾਰਟੀ ਕੀਤੀ ਆ ਕੇ ਜੀ। ਪਹਿਲਾਂ ਆਪਾਂ ਕੈਪਟਨ ਦਾ ਤੇ ਬੀਜੇਪੀ ਨੂੰ ਕਰੀਏ ਜੀ, ਕਰਨ ਤੋਂ ਮੜ ਕੇ ਅਲਾਇੰਸ ਹੋ ਗਿਆ ਜੀ। ਉਧਰੋਂ ਜਦੋਂ ਕਦੀ ਕਿਸੇ ਹੋਰ ਪਾਰਟੀ ਨਾਲ ਆਪਾਂ ਗੱਲ ਕੀਤੀ, ਮਤਲਬ ਅਲਾਇੰਸ ਵੇਖਣੇ ਲਈ ਕਿਸੇ ਨੇ ਵੇਖਿਆ ਕੁਝ ਨਹੀਂ, ਕਿਸੇ ਨੇ। ਹਾਲਾਤ ਇਹ ਬਣ ਗਏ। ਇਸ ਕਰਕੇ ਮੈਨੂੰ ਲੱਗਦਾ ਕਿ ਵੀ ਨਾ ਤਾਂ ਕਿਸੇ ਨੇ ਅਲਾਇੰਸ ਬਣਾਉਣ ਵਾਲੇ ਵੇਖਿਆ, ਇੱਕੋ ਦੇਖਿਆ ਕਿ
ਕਿ ਇਹ ਜਿਹੜੀ ਸੱਤਾ ਦੀ ਜਿਹੜੀ ਪੀੜੀ ਉਹ ਹੈਗੀ ਪੌੜੀ ਹੈਗੀ ਕਿਵੇਂ ਚੜ੍ਹਨੀ ਹੈ, ਚੜ੍ਹ ਕੇ ਕਿਵੇਂ ਕਾਬਜ ਹੋਣਾ, ਇਹ ਤੋਂ ਉੱਪਰ ਮੋਟਿਵ ਮੇਰੇ ਖਿਆਲ ਕਿਸੇ ਦਾ ਲੱਗ ਨਹੀਂ ਵੀ ਦੇਖੋ ਚਲੋ ਉਹਨਾਂ ਦਾ ਮੋਟਿਵ ਇਹ ਚਾਹੀਦਾ ਹੈ, ਲੇਕਿਨ ਤੁਸੀਂ ਅਸਲ ਮੁੱਦੇ ਪੰਜਾਬ ਦੇ ਨੌਜਵਾਨਾਂ ਦੇ ਮੁੱਦੇ ਨੂੰ ਮੇਰੇ ਖਿਆਲ ਮੇਰੇ ਮੰਨਣਾ ਹੈ, ਮੇਰਾ ਕਦਨਾ ਪਰਸਨਲ ਜਿਹੜਾ ਮੇਰਾ ਓਪੀਨੀਅਨ ਹੈਗਾ ਵੀ ਇੰਪਲੋਇਮੈਂਟ ਯੂਥ ਤੋਂ ਵੱਡਾ ਪੰਜਾਬ ਦਾ ਕੋਈ ਨਸ਼ੇ 'ਚ ਜਾਂਦਾ। ਜੇ ਕਿਸੇ ਕੋਲ ਰੋਜ਼ਗਾਰ ਨਹੀਂ ਹੈ, ਨੌਕਰੀ ਨਹੀਂ ਹੈਗਾ, ਯੂਥ ਤਾਂ ਹੀ ਤਾਂ ਜਾਂਦਾ। ਦਿੰਦੇ ਵੀ ਨਹੀਂ ਆਪਾਂ ਕਿਸੇ ਨੂੰ, ਲੇਕਿਨ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਆ ਕੇ। ਹੁਣ ਇੱਕ ਪਾਰਟੀ ਕਹਿੰਦੀ ਹੈ ਪੈਸੇ ਉਧਰੋਂ ਲੈ ਲਓ, ਵੋਟ ਉਹਨੂੰ ਪਾ ਦਿਓ, ਤੁਸੀਂ ਕੀ ਚੰਗਾ ਪਿਰਤ ਪਾ ਰਹੇ ਹੋ ਕਿਸੇ ਨੂੰ ਆ ਕੇ ਜੀ। ਇਹ ਕੀ ਕਹਿਣਾ ਕੀ ਚਾਹੁੰਦੇ ਹੋ ਕਿ ਤੁਸੀਂ ਮਤਲਬ ਕਿ ਪੈਸੇ ਲੈ ਲਓ ਉਹਨਾਂ ਕੋਲੋਂ, ਵੋਟ ਉਹਨੂੰ ਪਾ ਦਿਓ। ਮਤਲਬ ਕਿ ਥੋੜ੍ਹਾ ਜਿਹਾ ਮੈਨੂੰ ਲੱਗਦਾ ਨਹੀਂ ਇਸ ਵਾਰ ਸਰਕਾਰ ਮੋਬਾਈਲ 'ਤੇ ਨਹੀਂ ਬਣਨੀ ਚਾਹੀਦੀ, ਸਰਕਾਰ ਬਣਨੀ ਚਾਹੀਦੀ ਜ਼ਮੀਨ ਤੇ ਜਾ ਕੇ। ਸਰ ਜਿਹੜੇ ਸਰਵੇ ਨਿਕਲ ਕੇ ਆਉਂਦੇ ਆ, ਕਿਉਂਕਿ ਸਾਡੀ ਫੀਲਡ ਆ ਪੱਤਰਕਾਰਿਤਾ ਦੇ ਨਾਲ ਹੀ ਜੁੜਿਆ ਹੋਇਆ ਸਵਾਲ ਹੈ। ਜਿਹੜੇ ਸਰਵੇ ਨਿਕਲ ਕੇ ਆ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਇੱਕ ਸਰਵੇ ਕੁਝ ਕਹਿੰਦਾ, ਦੂਸਰਾ ਸਰਵੇ ਕੁਝ ਕਹਿੰਦਾ। ਪਹਿਲਾ ਸਰਵੇ ਕਹਿੰਦਾ ਵੀ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ, ਦੂਸਰਾ ਸਰਵੇ ਕਹਿੰਦਾ ਕਾਂਗਰਸ ਅੱਗੇ ਜਾ ਰਹੀ ਹੈ, ਤੀਸਰਾ ਬੀਜੇਪੀ ਦੀ ਸਰਕਾਰ ਹੀ ਬਣਾ ਦਿੰਦਾ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਬੜਾ ਮਾੜਾ ਪੇਡ ਸਰਵੇ ਇਹ ਲੋਕਾਂ ਨੂੰ ਗੁੰਮਰਾਹ ਕਰਦਾ। ਮੈਂ ਤੁਹਾਨੂੰ ਜੋ ਇਸ਼ਾਰਾ ਕੀਤਾ ਸੀ ਵੀ ਇਹ ਹੁਣ ਮੋਬਾਈਲ 'ਤੇ ਸਰਕਾਰ ਨਹੀਂ ਬਣਨੀ ਚਾਹੀਦੀ। ਸਰਕਾਰ ਲੋਕਾਂ ਦੇ ਅਸਲ ਨਹੁੰ ਦੇ ਉੱਪਰ ਜਿਹੜਾ ਲਾਂਘੇ ਆਪਣਾ ਅਧਿਕਾਰਾਂ ਦੇ ਉੱਪਰ ਬਣਨੀ ਚਾਹੀਦੀ ਆ ਕੇ ਜੋ ਆਪਣਾ। ਲੇਕਿਨ ਇਹ ਸਾਡੇ ਬਹੁਤ ਇੱਕ ਕਹਿਣਾ ਨਹੀਂ ਚਾਹੀਦਾ ਆ ਕੇ ਛੋਟੇ ਵੀਰ। ਨਹੀਂ ਤੁਸੀਂ ਕਹੋ ਜੀ, ਤੁਸੀਂ ਕਹੋਗੇ ਤਾਂ। ਮੀਡੀਆ ਦੇ ਉੱਪਰ ਜੋ ਹਾਲਾਤ ਬਣੇ ਨੇ, ਇਹ ਬੇਲਗਾਮ ਮੀਡੀਆ ਹੈ, ਸੋਸ਼ਲ ਮੀਡੀਆ ਜਿਹਦੇ ਮਗਰ ਪੈਣਾ ਉਹ ਮਗਰ ਪੈ ਜਾਣਾ। ਔਰ ਤੁਸੀਂ ਇਹ ਦੱਸੋ ਆਗੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਨਾ ਜਾ ਕੇ ਲੋਕਾਂ ਤੋਂ ਮੈਨੂੰ ਉਹ ਲੋਕੀ ਦੇ ਮਨ ਇਹ ਬਣਾਈ ਬੈਠੇ ਕਿ ਮੈਂ ਵੋਟ ਕਿਹਨੂੰ ਪਾਣੀ ਕਿ ਨਹੀਂ ਪਾਣੀ, ਇਹ ਸਰਕਾਰ ਬਣਾਈ ਜਾਂਦੇ ਨੇ। ਹਾਲਾਤ ਤਾਂ ਇਹ ਬਣਦੇ ਜੀ, ਹਾਲਾਤ ਤਾਂ ਉਹ ਹੈ ਵੀ ਤੁਸੀਂ ਉਹ ਨੇੜੇ ਜਾ ਕੇ ਬੰਦਾ ਲੱਗਦਾ ਨਾ, ਮੈਨੂੰ ਲੱਗਦਾ ਵੀ ਸਾਰਾ ਪੇਡ ਸਰਵੇ ਹੈ ਜੀ, ਜਿੰਨਾ ਕੁ ਲੱਗਦਾ ਹੈ ਮੈਨੂੰ ਆ ਕੇ ਚਲਾਉਂਦੇ ਨੇ। ਠੀਕ ਯਕੀਨ ਕੀਤਾ ਵੀ ਹੋਏਗਾ, ਲੇਕਿਨ ਮੈਨੂੰ ਨਾ ਜਿਹੜੀ ਤੁਸੀਂ ਵੀ ਦੇਖੋ ਗਰਾਊਂਡ 'ਚ ਲੋਕੀ ਤਾਂ ਜੇ ਮੈਂਟਲੀ ਪ੍ਰਪੇਅਰ ਹੀ ਨਹੀਂ ਹੋਏ ਵੋਟ ਪਾਣੀ ਕਿਹਨੂੰ ਹੈ। ਲੋਕੀ ਪੁੱਛੋ ਕਹਿੰਦੇ ਯਾਰ ਪਤਾ ਨਹੀਂ ਇਸ ਵਾਰ ਕੀ ਬਣਨਾ ਹੈ। ਆਮ ਵੋਟਰ ਦਾ ਇਹ ਇੱਕ ਸਵਾਲ ਹੈ। ਮੈਨੂੰ ਨਹੀਂ ਲੱਗਦਾ ਪੱਤਰਕਾਰਿਤਾ ਦਾ ਮਿਆਰ, ਹਾਲਾਂਕਿ ਇਹ ਗੱਲ ਕਹਿਣੀ ਨਹੀਂ ਚਾਹੀਦੀ, ਪਰ ਪੱਤਰਕਾਰਿਤਾ ਦਾ ਮਿਆਰ ਵੀ ਜਿਹੜਾ ਹੈ ਉਹ ਗਿਰਦਾ ਜਾ ਰਿਹਾ ਹੈ। ਕੋਈ ਉਹ ਪੱਤਰਕਾਰਿਤਾ ਰਹੀ ਨਹੀਂ ਜਿਹੜੀ ਦੇਖਣ ਨੂੰ ਮਿਲਦੀ ਸੀ, ਜਾਂ ਕਦੀ ਪੇਪਰ ਚੱਕ ਕੇ ਦੇਖਦੇ ਸੀ ਤਾਂ ਹਾਂ ਯਾਰ ਇਹ ਬੰਦੇ ਨੇ ਕੋਈ ਗੱਲ ਲਿਖੀ ਹੈ। ਹੁਣ ਉਹ ਕਿਤੇ ਨਾ ਕਿਤੇ ਗਾਇਬ ਹੁੰਦਾ ਜਾ ਰਿਹਾ। ਜਦੋਂ ਅਖਬਾਰ 'ਚ ਪੜ੍ਹਨਾ ਵੀ ਅੱਜ ਮੌਸਮ 3 ਦਿਨ ਬਾਰਿਸ਼ ਪਏਗੀ, ਉਦੋਂ ਬਾਰਿਸ਼ ਪੈਂਦੀ ਨਹੀਂ। ਹਿਸਾਬ ਲਓ ਮੌਸਮ ਵੀ ਚੱਜ ਨਾਲ ਹੀ ਛਪ ਰਿਹਾ। ਇਹ ਤਾਂ ਚੁਣਾਵੀ ਮੌਸਮ ਹੈਗਾ ਜੀ ਆ ਕੇ ਜੀ। ਅਸੀਂ ਕੇਰੀ ਪੜ੍ਹ ਲੈਂਦੇ ਹਾਂ ਕਿ 3 ਦਿਨ ਬਾਰਿਸ਼ ਪੈਣੀ ਹੈ ਜੀ, ਅੱਜ ਮੌਸਮ ਖਰਾਬ ਰਹੇਗਾ, ਠੰਡ ਹੈ। ਮੈਂ ਰਿਐਲਿਟੀ ਹੈ ਜੀ ਉਹ 3 ਦਿਨ ਖੁਸ਼ਕ ਮੌਸਮ ਰਹਿੰਦਾ, ਧੁੱਪ ਚੜ੍ਹਦੀ ਆ ਕੇ। ਇਸ ਤਰ੍ਹਾਂ ਹੀ ਮਤਲਬ ਇਹ ਹੈ ਕਿ ਵੀ ਲੋਕਾਂ ਦਾ ਜਿਹੜਾ ਪੱਤਰਕਾਰਤਾ ਦਾ ਵੈਸੇ ਅਕਸ ਇਨਸਾਨ ਪੱਤਰਕਾਰਤਾ ਦੇ ਉਹਦੇ ਆਪ ਦੇ ਖੁਦ ਦੇ ਅਕਸ 'ਤੇ ਅਸਰ ਪੈਂਦਾ ਹੈ। ਜਿਹਨੂੰ ਉਹ ਪੀਲੀ ਪੱਤਰਕਾਰਤਾ ਕਹਿੰਦੇ ਪਰ ਜੋ ਜਰਨਲਿਜ਼ਮ ਕਰਦੇ ਆ, ਪਹਿਲਾ ਸਬਜੈਕਟ ਯੈਲੋ ਜਰਨਲਿਜ਼ਮ ਦੀ ਹੁੰਦੀ ਆ ਕਿ। ਲੇਕਿਨ ਮੇਰੇ ਖਿਆਲ 'ਚ ਇਹਨਾਂ ਨੂੰ ਵੀ ਇੱਕ ਮੀਡੀਆ ਨੂੰ ਵੀ ਆਪਣਾ ਇੱਕ ਗੌਰਮੈਂਟ ਆਫ ਇੰਡੀਆ ਚਲੋ ਇੱਕ ਵਾਰੀ ਸੋਸ਼ਲ ਮੀਡੀਆ ਦੀ ਵੀ ਪਾਲਿਸੀ ਬਣਨੀ ਚਾਹੀਦੀ ਹੈ। ਪਾਲਿਸੀ ਤੋਂ ਬਗੈਰ ਮੇਰੇ ਖਿਆਲ 'ਚ ਨਹੀਂ ਇੱਦਾਂ ਹੋਣਾ ਚਾਹੀਦਾ ਕਿ ਜਿਹੜਾ ਆਵੇ ਚਲੋ ਸਭ ਨੂੰ ਅਧਿਕਾਰ ਹੈ, ਸਾਰੇ ਆਪਣੇ ਸੱਜਣ ਮਿੱਤਰ ਹੈ, ਭੈਣ ਭਰਾਵਾਂ ਨੂੰ ਬਹੁਤ ਕਰਦੇ ਆ, ਲੇਕਿਨ ਆਪਣੀ ਜਿਹੜੀ ਇੱਜ਼ਤ ਹੈ, ਸੈਲਫ ਰਿਸਪੈਕਟ ਜਿਹੜੀ ਨਾ ਜੀ ਮੈਨੂੰ ਲੱਗਦਾ ਪਿਆ ਇਹ ਆਪ ਖੁਦ ਹੀ ਘਟਾ ਰਹੇ ਆ। ਜਦ ਕਿ ਇਸੀ ਗੱਲ ਦੇਖੋ ਆ ਕੇ ਵੀ ਜਦੋਂ ਵੱਡੇ ਘਰਾਣਾਂ ਦੀਆਂ ਮੈਨੇਜਮੈਂਟਾਂ ਸਿੱਧੀਆਂ ਗੱਲ ਕਰ ਲੈਂਦੀਆਂ ਨੇ, ਰਿਪੋਰਟਰ ਦੀ ਕੋਈ ਫਰਕ ਨਹੀਂ ਪੈਂਦਾ ਹੈਗਾ। ਇੱਥੇ ਕਿਤੇ ਨਾ ਕਿਤੇ ਆ ਕੇ ਜਿਹੜਾ ਫੀਲਡ 'ਚ ਇੱਕ ਜਰਨਲਿਸਟ ਸੀਗਾ ਜਿਹਦੇ ਕੋਲ ਇੱਕ ਸਲਾਹ ਲਈ ਜਾਂਦੀ ਸੀ, ਇੱਕ ਮੰਨਦੇ ਸੀ ਆ ਕੇ, ਉਹ ਕਿਤੇ ਨਾ ਕਿਤੇ ਜ਼ਰੂਰ ਡੈਂਟ ਤਾਂ ਪਿਆ ਹੈਗਾ। ਲੇਕਿਨ ਅੱਜ ਵੀ ਪੱਤਰਕਾਰ ਦੇ ਆਪਦੇ ਹੱਥ 'ਚ ਹੀ ਆਪਣਾ ਤੁਸੀਂ ਰਸੂਖ ਹੈ ਜ਼ਮੀਰ ਆਪਣੀ ਨਾ ਵੇਚੋ ਆ ਕੇ, ਆਪਣੀ ਜ਼ਬਾਨ ਤੇ ਆਪਣੀ ਕਲਮ ਤੇ ਕਾਇਮ ਰਹੋ ਆ ਕੇ, ਸੋਚ ਸੂਝ ਨਾਲ ਕੰਮ ਕਰੋ ਆ ਕੇ। ਤੁਸੀਂ ਬਿਲਕੁਲ ਇੱਧਰ ਉੱਧਰ ਦੇਖਣ ਦੀ ਬਜਾਏ ਘੱਟੋ ਘੱਟ ਆਪਣੀ ਜੋ ਲਾਈਨ ਆਫ ਐਕਸ਼ਨ ਹੈਗਾ। ਮੈਂ ਸੱਚਾਈ ਹੈ ਜੀ, ਜਿੰਨੀ ਮੈਨੂੰ 25-26 ਸਾਲ ਦੀ ਮੇਰੀ ਪੱਤਰਕਾਰਤਾ ਜ਼ਿੰਦਗੀ 'ਚ ਮੈਂ ਦੇਖਿਆ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰੀ ਜਾਓ, ਤੁਹਾਨੂੰ ਸਬਕ ਤੁਹਾਨੂੰ ਉਹ ਆਪਣੇ ਆਪ ਤੁਹਾਨੂੰ ਸਭ ਕੁਝ ਆਪ ਮਿਲਦਾ ਹੈ। ਤੁਹਾਡੇ ਘਰੇ ਤੁਹਾਡਾ ਮੁਕਾਮ ਤੁਹਾਡੇ ਘਰ ਇੱਜ਼ਤਮਾਨ ਘਰ ਤੁਰ ਕੇ ਆਉਂਦੀ ਪਹੁੰਚਦੀ ਹੈਗੀ ਹੈ। ਔਰ ਇਹ ਮੈਂ ਦੇਖਿਆ ਥੋੜ੍ਹੇ ਤੋਂ ਬਹੁਤ ਤੁਹਾਡਾ ਤੁਸੀਂ ਬੜੀ ਲੰਬੀ ਰੇਸ ਦੇ ਘੋੜੇ ਹੋ, ਤੁਸੀਂ ਤਾਂ ਬਹੁਤ ਅੱਗੇ ਹੋਰ ਦੇਖਣੀ ਦੁਨੀਆ। ਲੇਕਿਨ ਮੈਂ ਦੇਖਿਆ ਜੇ ਤੁਸੀਂ ਸੱਚ ਨਾਲ ਖੜ ਕੇ ਜਾਂ ਉਹਨੂੰ ਵੀ ਆਪਣੀ ਜੋ ਚੀਜ਼ ਹੈ ਉਹ ਨਾਲ ਖੜੇ ਰਹੋ, ਤੁਹਾਨੂੰ ਸਹੀ ਮੁਕਾਮ 'ਤੇ ਪਹੁੰਚਦੀ ਹੈ। ਇਹ ਪੱਤਰਕਾਰਤਾ ਦਾ ਜੋ ਹਾਲਾਤ ਭਾਈ ਸਾਹਿਬ ਮੇਰਾ ਆਖਰੀ ਸਵਾਲ, ਕੁਝ ਸਵਾਲ ਨੇ ਪਰ ਉਹਨਾਂ ਦੇ ਵਿੱਚੋਂ ਤੁਹਾਡੇ ਕੋਲੋਂ ਕਮੈਂਟ ਲੈਣਾ ਚਾਹਾਂਗੇ ਵੀ ਪਰਸਨਲੀ ਵੀ ਤੁਸੀਂ ਕੀ ਸੋਚਦੇ ਹੋ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੀ ਸੋਚਦੇ ਹੋ?
ਨਵਜੋਤ ਸਿੰਘ ਸਿੱਧੂ ਜਿਹੜੀ ਆ ਉਹ ਅਨਪ੍ਰੈਡਿਕਟੇਬਲ ਮੈਨ ਹੈਗਾ, ਉਹ ਕਿਉਂਕਿ ਕਹਿੰਦੇ ਕੁਝ ਨੇ। ਮੇਰੇ ਖਿਆਲ 'ਚ ਉਹਨਾਂ ਨੂੰ ਆਪਣੀ ਜਿਹੜੀ ਆ ਉਹ ਮੇਰੇ ਖਿਆਲ ਇੱਕ ਉਹਨਾਂ ਨੂੰ ਆਪਣੀ ਭਾਵਨਾ ਕਾਬੂ ਰੱਖਣਾ ਚਾਹੀਦਾ। ਮੈਨੂੰ ਲੱਗਦਾ ਕਿ ਕੇਰੀ ਉਹ ਜ਼ਿਆਦਾ ਕਰ ਜਾਂਦੇ ਨੇ। ਚਰਨਜੀਤ ਸਿੰਘ ਚੰਨੀ ਉਹ ਵਾਕਈ ਜੁੜਿਆ ਤਾਂ ਜ਼ਮੀਨ ਨਾਲ ਜੁੜਿਆ ਸੀਗਾ, ਇਹ ਅਕਸ ਨਾਲ ਥੋੜ੍ਹਾ ਜਿਹਾ ਫਰਕ ਪਿਆ। ਈਡੀ ਦੇ ਨਾਲ ਲਾ ਕੇ ਥੋੜ੍ਹਾ ਅਕਸ 'ਤੇ ਜਿਹੜੀ ਉਹਦੀ ਨੁਕਸਾਨ ਤਾਂ ਪਹੁੰਚਿਆ 200% ਪਹੁੰਚਿਆ, ਲੇਕਿਨ ਫਿਰ ਵੀ ਇਹ ਕੰਪੈਰੇਟਿਵਲੀ ਦੇਖਿਆ ਜਾਵੇ ਬਾਕੀ ਨਾਲੋਂ ਜਿਵੇਂ ਜਿਹੜੀ ਹੋਛਾਪਨ ਰਹਿੰਦਾ ਸੀ ਕਈਆਂ ਚੀਫ ਮਿਨਿਸਟਰ, ਤੁਸੀਂ ਆਪ ਦੇਖੋ ਆ ਕੇ ਇਹ ਮਿਲਦੇ ਨਹੀਂ ਸੀ ਕਈਆਂ ਨੂੰ ਆ ਕੇ, ਬਲਕਿ ਚਲੋ ਮਿਲਦਾ ਤਾਂ ਸੀ ਨਾ ਆ ਕੇ, ਜਦੋਂ ਮਰਜ਼ੀ ਆਇਆ ਕਿ ਦਰਵਾਜ਼ੇ ਖੁੱਲ੍ਹ ਜਾਂਦੇ ਸੀ ਵੀ ਨਾ ਮਿਲ ਲੈਂਦੇ। ਲੇਕਿਨ ਤੁਸੀਂ ਆਪ ਦੇਖੋ ਫਾਰਮ ਹਾਊਸ ਕਦੀ ਖੁੱਲ੍ਹਿਆ ਨਹੀਂ, ਆ ਕੇ ਲੋਕਾਂ ਦੀ ਮਹਿਲ ਬੰਦ ਹੀ ਆ ਕੇ ਲੋਕੀ ਪੰਜ ਤਾਰ ਹੋਟਲਾਂ 'ਚ ਬੈਠੇ ਰਹਿੰਦੇ ਨੇ, ਬਾਹਰ ਤਾਂ ਆਉਂਦੇ ਨਹੀਂ। ਸੁਖਬੀਰ ਸਿੰਘ ਬਾਦਲ ਉਹ ਦੇਖੋ ਗੱਲ ਕੀ, ਉਹ ਦੇਖੋ ਵੱਡੇ ਬਾਲ ਸਾਹਿਬ ਮਾਸ ਲੀਡਰ ਹੈ, ਉਹ ਜਾਂ ਅੱਜ ਤੱਕ ਦੇਸ਼ 'ਚ ਦੁਨੀਆ ਦੇ ਵਿੱਚ ਉਹ ਜਿਹਾ ਤੁਹਾਨੂੰ ਮਾਸ ਲੀਡਰ ਨਹੀਂ ਮਿਲਣਾ, ਬਹੁਤ ਹੈਗੀ ਆ। ਲੇਕਿਨ ਇੱਕ ਉਹ ਰੀਜਨਲ ਪਾਰਟੀ ਆ, ਰੀਜਨਲ ਪਾਰਟੀ ਨੂੰ ਚਲਾਉਣ ਵਾਲਾ ਬੰਦਾ ਜੋ ਹੈ ਮੇਰੇ ਖਿਆਲ 'ਚ ਕੁਝ ਨਾ ਕੁਝ ਖਾਨਦਾਨੀ ਵੀ ਹੁੰਦਾ, ਘਰੋਂ 'ਚ ਹੀ ਸਿੱਖਣ ਨੂੰ ਮਿਲਦੀ ਹੈਗੀ। ਮੇਰੇ ਖਿਆਲ 'ਚ ਵੱਡੇ ਬਾਲ ਸਾਹਿਬ ਜਿੱਦਾਂ ਹੈਗੇ ਨੇ, ਛੋਟੇ ਨੂੰ ਵੀ ਸ਼ਾਇਦ ਥੋੜ੍ਹਾ ਜਿਹਾ ਉਹਨਾਂ ਨੂੰ ਉਹ ਤੋਂ ਤੁਰਦੇ ਤੁਰਦੇ ਫਰਕ ਤਾਂ ਪੈਂਦਾ ਹੀ ਹੈ ਜੀ। ਦੇਖੋ ਜੀ ਜਿਹਦਾ ਬਜ਼ੁਰਗ ਮਾਸ ਲੀਡਰ ਹੋਵੇ, ਜੋ ਵੀ ਕਿੱਦਾਂ ਮਰਜ਼ੀ ਕਹੀਏ, ਜਿੰਨੇ ਮਰਜ਼ੀ 50 ਐਲੀਗੇਸ਼ਨ ਗਾਓ, ਜਿੱਦਾਂ ਮਰਜ਼ੀ ਲੋਕੀ ਕਰਨ, ਲੇਕਿਨ ਲੀਡਰ ਜਿਹੜੀ ਆ ਉਹ ਉਹਦੇ 'ਚੋਂ ਇੱਜ਼ਤ ਮਾਨ ਸਭ ਪਾਸੇ ਹੈਗੀ ਸਾਰੇ, ਪਰ ਪਾਰਟੀ ਕਦੀ ਰੀਜਨਲ ਪਾਰਟੀ ਦਾ ਆਪਣਾ ਅਕਸ ਹੁੰਦਾ। ਭਗਵੰਤ ਮਾਨ ਨੂੰ ਆਪਣਾ ਜਿਹੜੀ ਪੁਰਾਣੀ ਛਵੀ ਸੀਗੀ ਉਹ ਜਿੰਨੀ ਉਹ ਸੁਧਾਰ ਕੀਤੀ ਹੈ ਉਹਨਾਂ ਨੇ ਬਹੁਤ ਹੈ, ਲੇਕਿਨ ਉਹ ਇੱਕ ਵਾਰੀ ਹੈ ਵੀ ਉਹ ਪਾਰਟੀ ਜੋ ਹੁਣ ਲੋਕੀ ਆਮ ਕਹਿ ਰਹੇ ਕਿ ਮੈਂ ਨਹੀਂ ਕਹਿੰਦਾ ਪਿਆ, ਲੋਕ ਕਹਿੰਦੇ ਭਗਵੰਤ ਮਾਨ CM ਐਲਾਨ ਕਰਨ ਤੋਂ ਬਾਅਦ ਉਹਨੂੰ ਫਿਰ ਦਿੱਲੀ ਵੱਲ ਨੇ ਘੇਰਾ ਪਾ ਲਿਆ। ਅਸ਼ਵਨੀ ਸ਼ਰਮਾ ਜੀ ਦਾ ਕਿਉਂਕਿ ਇੱਕ ਆਪਣਾ ਚਿਹਰਾ ਹੈਗਾ, ਕਿਉਂਕਿ ਜਿਸ ਬੈਲਟ ਨੂੰ ਬਿਲੋਂਗ ਕਰਦੇ ਪਠਾਨਕੋਟ ਨੂੰ ਤਾਂ ਪੂਰੇ ਪੰਜਾਬ ਦੇ ਪ੍ਰਧਾਨ ਹੈ। ਬੇਸਿਕਲੀ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਜਿਹੜੀ ਹੈਗੀ ਹੈ ਉਹ ਬਹੁਤ ਇਹ ਵੀ ਕੰਟਰੋਲ ਹੈਗਾ ਪਾਰਟੀ ਦੇ ਉੱਪਰ ਆ ਕੇ। ਹੁਣ ਕੰਟਰੋਵਰਸੀ ਕੋਈ ਨਹੀਂ ਆਈ, ਜਦ ਕਿ ਪਹਿਲਾਂ ਕਿੰਨੇ ਕੁ ਪ੍ਰਧਾਨਾਂ ਨਾਲ ਕੰਟਰੋਵਰਸੀ ਜੁੜੀ ਹੈ, ਇਹ ਪਹਿਲਾ ਪ੍ਰਧਾਨ ਜੇ ਕੰਟਰੋਵਰਸੀ ਜੁੜੀ ਨਹੀਂ ਜ਼ਿਆਦਾ। ਸੁਖਦੇਵ ਸਿੰਘ ਢੀਂਡਸਾ ਉਹ ਉਹਨਾਂ ਦਾ ਹੁਣ ਗੱਲ ਕੀ ਹਾਲਾਤ ਇਹ ਬਣ ਗਏ ਕਿ ਉਹਨਾਂ ਦਾ ਉਹ ਪੁਰਾਣੇ ਨੇ, ਉਹ ਟਕਸਾਲੀ ਨੇਤਾ ਨੇ ਆ ਕੇ ਉਹ, ਲੇਕਿਨ ਉਹਨਾਂ ਨੇ ਆਪਣੀ ਚੀਜ਼ਾਂ ਨੂੰ ਕੰਪਰੋਮਾਈਜ਼ ਨਹੀਂ ਕੀਤਾ ਕਿ ਬ੍ਰਹਮਪੁਰਾ ਜੀ ਚਲੋ ਕਹਿ ਕੇ ਚਲੇ ਗਏ ਆ ਕੇ, ਲੇਕਿਨ ਉਹਨਾਂ ਨੇ ਜਿੱਦਾਂ ਉਹ ਜੋ ਟਕਸਾਲੀ ਨੇਤਾਵਾਂ ਦਾ ਉਹਨੂੰ ਸਟੈਂਪ ਆਪਣੀ ਬਰਕਰਾਰ ਰੱਖੀ ਹੋਈ ਹੈ। ਮੇਰੇ ਆਖਰੀ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਜੀ, ਉਹ ਚੰਗੇ ਇਨਸਾਨ ਹੋ ਸਕਦੇ ਨੇ, ਲੇਕਿਨ ਉਹ ਅੱਛੀ ਕੋਆਰਡੀਨੇਸ਼ਨ ਕਰਨ 'ਚ ਫੇਲ ਹੋਏ ਨੇ। ਜੇ ਕੋਆਰਡੀਨੇਸ਼ਨ ਚੰਗੀ ਕੀਤੀ ਹੁੰਦੀ ਸ਼ਾਇਦ ਅੱਜ ਉਹ ਆਪਣੇ ਫਾਰਮ ਹਾਊਸ ਨਾਲ ਬੈਠੇ ਹੁੰਦੇ ਆ ਕੇ, ਤੇ ਜਾਂ ਉਹ ਇਸ ਤਰ੍ਹਾਂ ਦੇ ਹਾਲਾਤ ਨਾ ਬਣੇ ਹੁੰਦੇ ਆ ਕਿ 6 ਮਹੀਨੇ ਪਹਿਲਾਂ ਨਵਾਂ CM ਦੀ ਚੰਨੀ ਜਾਂ 3 ਮਹੀਨੇ ਪਹਿਲਾਂ ਬੰਦੇ ਆ ਕੇ। ਮੇਰੇ ਖਿਆਲ ਥੋੜ੍ਹਾ ਉਹਨਾਂ ਨੂੰ ਇੱਕ ਓਵਰ ਕੌਨਫੀਡੈਂਸ ਲੈ ਕੇ ਬਹਿ ਗਿਆ, ਔਰ ਜਿਹੜਾ ਕਿ ਉਹਨਾਂ ਨੂੰ ਮੇਰੇ ਖਿਆਲ ਥੋੜ੍ਹਾ ਉਹਨਾਂ ਨੂੰ ਇੱਕ ਚੀਜ਼ਾਂ 'ਚੋਂ ਬਾਹਰ ਆਉਣਾ ਚਾਹੀਦਾ ਸੀ ਆ ਕੇ। ਜਿਹੜੀ ਉਹਨਾਂ ਦੀ ਜਿਹੜੀ ਸਲਾਹਕਾਰਾਂ ਦੀ ਫੌਜ ਸੀ ਜਿਹੜੀ ਉਹ ਸਲਾਹ ਕਰ ਦਿੱਤੀ ਨਹੀਂ ਆ, ਉਹ ਗੁੰਮਰਾਹ ਕੀਤਾ। ਮੇਰੇ ਖਿਆਲ 'ਚ ਹਾਲਾਤ ਉਹ ਬਣੇ ਨਹੀਂ, ਉਹ ਸਲਾਹ ਕਰਨ ਤੋਂ ਬਾਹਰ ਨਹੀਂ ਆ ਸਕੇ, ਔਰ ਉਹਨਾਂ ਨੂੰ ਸਲਾਹਕਾਰਾਂ ਉਹਨਾਂ ਨੂੰ ਕੁਰਸੀ ਜਾਣ ਦੇ ਪਿੱਛੇ ਵੱਡਾ ਕੰਮ ਸਲਾਹਕਾਰਾਂ ਦੀ ਗਲਤ ਸਲਾਹ ਹੀ ਮੈਨੂੰ ਲੱਗਦੀ ਹੈ, ਜਿਹੜੀ ਹੁਣ ਤੱਕ ਪਹੁੰਚਾ ਨਹੀਂ ਪਾਇਆ ਕੋਈ। ਬਹੁਤ ਧੰਨਵਾਦ। ਥੈਂਕ ਯੂ ਜੀ। ਸੁਖਬੀਰ ਸਿੰਘ ਬਾਜਵਾ ਸੀਨੀਅਰ ਜਰਨਲਿਸਟ ਨੇ, ਜਿਨ੍ਹਾਂ ਵੱਲੋਂ ਆਪਣੇ ਵਿਊਜ਼ ਦਿੱਤੇ ਗਏ, ਦੱਸਿਆ ਗਿਆ ਕਿ ਹੁਣ ਜਿਹੜਾ ਹੈ ਰਾਜਨੀਤੀ ਦਾ ਮਾਹੌਲ ਕਿੱਧਰਲੇ ਪਾਸੇ ਜਾ ਰਿਹਾ ਹੈ, ਕਿਵੇਂ ਸੋਸ਼ਲ ਮੀਡੀਆ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਤੇ ਕਿਵੇਂ ਜਿਹੜੇ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਤੇ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆਉਂਦੇ ਨੇ। ਹਾਲਾਂਕਿ ਪਹਿਲਾਂ ਇਹ ਬਹੁਤ ਘੱਟ ਨਜ਼ਰ ਆਉਂਦਾ ਸੀ। ਕੈਮਰਾਮੈਨ ਜੈ ਵਰਧਨ ਦੇ ਨਾਲ ਪ੍ਰਹਲਾਦ ਸੰਗੇਲੀਆ ਦਾ ਸਟੋਰੀ TV ਚੰਡੀਗੜ੍ਹ।